हाँ जी सत श्री अकाल दोस्तों। प्रोग्राम की हाल है मेरे शहर का तुहाडा बहुत बहुत स्वागत। 9 मार्च 2022 ਤੇ शाम के 7 कोई 11-12 मिनट बठिंडे का बस स्टैंड के जस्ट नाल कुछ दुकाना ने, तुसीं देख रहे हो दवाइयां की दुकान है। इत्थे दो भैणां बड़ा हाइपर हो के इन्हां दुकानदारां नाल गल करदियां सी, क्योंकि कहंदे ने नानक दुखिया सब संसार। हर आदमी किसी न किसी मसले नूं लैके दुखी है। कहण नूं फैलसूफियां ने साडियां, पर 6वां दरिया जिहड़ा कहंदे ने नशे दा पंजाब दे विच वगदा पिया, उहदे तो त्रस्त बड़े परिवार ने, जिन्हां चों ये दो भैणां आई थिंक सो दोनों भैणां ने। बाकी आपां उहनां नाल गलबात करदे हां। कोशिश ये होएगी कि मसला की है आपां ये समझण दी कोशिश करिए, बिकॉज क्राउड इत्थे बहुत इकट्ठा हो गया। तुसीं देख लो बहुत लोग ने जिहड़े इन्हां नूं हुण कुड़ियां नूं शांत कराया गया, बिकॉज जिस तन लागे उही जाने। ये हुण इन्हां दे तन लगी है, क्योंकि ये जिन्ना को मैनूं समझ आई है, इन्हां दा एक भरा है वो कुछ इस तरीके दा खांदा है। वो बाकी आपां बड़ा कूल माइंड होके बीबा जी तुसीं अपनी गल रखनी है। नाम की तुहाडा? मेरा नाम ज्योति। ज्योति प्रॉपर बोलिया जाएगा कि साह चढ़िया हले भी? चलो प्लीज़ हुण मैनूं तुसीं दसो भी मसला की। मसला ਵੀਰੇ ਮੇਰਾ ਭਰਾ ਹੈ, ਠੀਕ ਹੈ, 23 ਸਾਲ ਦਾ ਹੈ, 33 ਸਾਲ ਦਾ ਹੈ, ਠੀਕ ਹੈ। ਉਹਨੂੰ ਦੌਰੇ ਪੈਂਦੇ ਆ, ਗੋਲੀਆਂ ਖਾ ਕੇ 100 ਗੋਲੀ ਖਾਂਦਾ ਆ, ਮੈਡੀਕਲ ਤੋਂ ਗੋਲੀਆਂ ਲੈ ਕੇ ਜਾਂਦਾ ਹੈ। ਅਸੀਂ ਲੁੱਕ ਕੇ ਪਿੱਛੇ ਦੇਖਿਆ, ਪਰਸੋਂ ਚੌਥੇ ਦਾ ਵੀ ਘਰੋਂ ਭੱਜਿਆ ਆਉਂਦਾ। ਇਹ ਕਹਿੰਦੇ ਤੁਸੀਂ ਆਪਦਾ ਬੰਨ ਕੇ ਰੱਖਿਆ ਕਰੋ, ਅਸੀਂ ਉਹਨੂੰ ਬੰਨ ਕੇ ਰੱਖਿਆ ਹੋਇਆ। ਉਹਨੂੰ ਦੌਰਾ ਪੈ ਜਾਂਦਾ, 100 ਗੋਲੀ ਖਾ ਕੇ ਬੰਦਰਾਂ ਤੋਂ ਇਲਾਜ ਕਰਾਇਆ ਉਹਦਾ, 3 ਸਾਲਾਂ ਤੋਂ ਕਰਾਈ ਜਾਂਦੇ ਆ। ਜਦੋਂ ਉਹਨੂੰ ਹੋਸ਼ ਆਉਂਦਾ ਹੈ, ਆਸਾ ਪਾਸਾ ਦੇਖਦਾ, ਕੰਧ ਟੱਪ ਕੇ ਭੱਜ ਆਉਂਦਾ। ਇਹ 100 ਗੋਲੀ ਇਕੱਠੀ ਫੜਾ ਦਿੰਦੇ ਆ ਉਹਨੂੰ, 100 ਦੀ 100 ਹੀ ਖਾ ਜਾਂਦਾ, ਠੀਕ ਹੈ। ਜਾਂ 50 ਦਿੰਦੇ ਆ, ਜਾਂ ਇੱਕ ਦੇ ਦਿਆ ਕਰਨ। ਮੈਂ ਕਹਿੰਦੀ ਆ ਉਹਦੀ ਬੰਦਰਾਂ ਟ੍ਰੀਟਮੈਂਟ ਚੱਲਦਾ, ਮੈਂ ਤੁਹਾਨੂੰ ਰਿਪੋਰਟਾਂ ਵੀ ਦੇ ਦੂੰਗੀ, ਐਕਸਰੇ ਉਕਸਰੇ ਸਭ ਦੇ ਦੂੰਗੀ। ਹੁਣ ਮੈਂ ਇਹਨਾਂ ਨੂੰ ਇਹ ਕਹਿਣ ਆਈ ਆ, ਫੋਟੋ ਦਿਖਾ ਕੇ ਵੀ ਗੋਲੀ ਨਹੀਂ ਦੇਣੀ ਤੁਸੀਂ ਉਹਨੂੰ। ਅੱਗੋਂ ਇਹ ਮੈਨੂੰ ਕਹਿੰਦੇ ਆਪਦਾ ਬੰਨ ਕੇ ਰੱਖੋ। ਵੀਰੇ ਸਾਰੀ ਜ਼ਿੰਦਗੀ ਉਹਨੂੰ ਬੰਨ ਕੇ ਕੁੱਤੇ ਵਾਂਗੂ ਘਰੇ ਰੱਖਿਆ ਹੋਇਆ। ਰੋਟੀ ਵੀ ਦਿੰਨੇ ਆ, ਹੱਥ ਨਾਲ ਦਿੰਨੇ ਆ, ਚਾਹ ਪਾਣੀ ਪੀਂਦਾ ਅੰਦਰ, ਜਮਾ ਉਹਨੂੰ ਜੇਲ੍ਹ ਕਰ ਰੱਖੀ ਅੰਦਰ। ਕਿੰਨਾ ਕੁ ਰੱਖਾਂ ਮੈਂ? ਪੂਰੇ ਬਠਿੰਡੇ 'ਚ ਅਸੀਂ ਬੀਬੀ ਵਾਲੇ ਚੌਂਕ ਤੇ ਰਹਿੰਦੇ ਆ। ਬੀਬੀ ਵਾਲੇ ਚੌਂਕ ਤੇ ਮੈਡੀਕਲਾਂ ਤੇ ਮੈਂ ਕਿਹਾ ਹੋਇਆ, ਉਹ ਨਹੀਂ ਦਿੰਦੇ ਉਹਨੂੰ ਗੋਲੀ। ਉਹ ਐਡੀ ਦੂਰ ਬੱਸ ਸਟੈਂਡ ਤੇ ਤੁਰ ਕੇ ਆਉਂਦਾ, ਇੱਥੋਂ ਗੋਲੀਆਂ ਲੈ ਕੇ 100 ਦੀਆਂ 100 ਖਾ ਕੇ ਬੇਹੋਸ਼ ਹੋ ਜਾਂਦਾ, ਦੌਰਾ ਪੈ ਜਾਂਦਾ। ਜੇ ਇਹਨਾਂ ਨੂੰ ਕਹਿਣਾ ਹੈ ਆਰਾਮ ਨਾਲ ਕਹਿ ਦੇਣ ਵੀ ਭਾਈ ਸਾਡੇ ਤੋਂ ਗਲਤੀ ਹੋ ਗਈ, ਅਸੀਂ ਨਹੀਂ ਦਿੰਦੇ। ਇਹ ਕਹਿੰਦੇ ਤੁਸੀਂ ਆਪਦਾ ਬੰਨ ਕੇ ਰੱਖੋ, ਅਸੀਂ ਤਾਂ ਹੀ ਦੇਵਾਂਗੇ। ਬੰਨ ਕੇ ਰੱਖੋ, ਅਸੀਂ ਤਾਂ ਇਹੀ ਦੇਵਾਂਗੇ। ਕਿਤੇ ਤਾਂ ਅਸੀਂ ਸਾਥ ਦੇਣਾ ਇੱਕ ਦੂਸਰੇ ਦਾ, ਵੀ ਅਸੀਂ ਕੋਸ਼ਿਸ਼ ਇਹ ਕਰੀਏ ਵੀ ਕੋਈ ਚਲੋ ਠੀਕ ਹੈ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਵੀ ਗਈ, ਕੋਈ ਖਾਣ ਲੱਗ ਵੀ ਪਿਆ, ਪਰ ਉਹਨੂੰ ਬਚਾਉਣਾ ਵੀ ਤਾਂ ਅਸੀਂ ਹੈ। ਹਾਂਜੀ, ਨਾਲੇ ਫਿਰ ਇੱਕ ਦੇ ਦੇਣ ਨਾ, ਮੈਂ ਕਹਿੰਦੀ ਇੱਕ ਦੇ ਦੇਣ। ਜੇ ਉਹ ਆ ਗਿਆ, ਇਹਨਾਂ ਦਾ ਫਰਜ਼ ਬਣਦਾ, ਚੱਲ ਇਹਨਾਂ ਦੀ ਦੁਕਾਨ ਹੈ, ਇੱਕ ਦੇ ਦੇਣ। ਉਹਦੇ ਨਾਲ ਮਰਦਾ ਨਹੀਂ ਉਹ, 100 ਗੋਲੀ ਦੇ ਦਿੰਦੇ ਆ ਉਹਨੂੰ 50 ਰੁਪਏ 'ਚ ਇੰਨੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਆ ਘਰੋਂ। ਨਹੀਂ ਜੇਬ 'ਚ ਹੁਣ ਵੀ ਉਹ ਗਿਆ ਲੈ ਕੇ। ਹੁਣ ਉਹਨੂੰ ਅਸੀਂ ਫਰੋਲਾਂਗੇ ਜੇ ਸਾਨੂੰ ਲੱਭੂਗਾ ਕਿ ਤੋਰਾ 'ਚ ਡਿੱਗਿਆ ਤਾਂ। ਕਿਹੜੀ ਗੋਲੀ ਖਾਂਦਾ? ਮੈਨੂੰ ਨਾਮ ਨਹੀਂ ਪਤਾ। 10 ਰੁਪਏ ਦੀਆਂ 10 ਗੋਲੀਆਂ ਦਿੰਦੇ ਆ ਇਹ, ਐਡਾ ਕੁ ਪੱਤਾ ਆਉਂਦਾ। ਇਹਨਾਂ ਦੀ ਦੁਕਾਨ ਫਰੋਲ ਲਓ, ਗੋਲੀਆਂ ਨਿਕਲ ਆਉਣੀਆਂ ਗੋਲੀਆਂ ਦੀਆਂ। ਤੁਹਾਨੂੰ ਤੁਸੀਂ ਕਹਿ ਰਹੇ ਵੀ ਪਿੱਛੇ ਜਾ ਕੇ ਤੁਸੀਂ ਉੱਥੋਂ ਦੇਖਦੀਆਂ, ਉੱਥੋਂ ਲੁੱਕ ਕੇ ਦੇਖਿਆ ਅਸੀਂ 2-3 ਵਾਰੀ। ਇੱਥੋਂ ਲੈ ਕੇ ਜਾਂਦਾ, ਪਹਿਲਾਂ ਮੈਂ ਜਾ ਕੇ ਅਸੀਂ ਫਰੋਲ ਲੀਆਂ, ਉੱਥੋਂ ਕੱਢ ਲੀਆਂ। ਉਹ ਵੀ ਸਾਨੂੰ ਕਹਿੰਦਾ ਜੇ ਮੈਡੀਕਲ ਤੇ ਗਏ ਤਾਂ ਮੈਂ ਫਾਹਾ ਲੈ ਲੂੰਗਾ, ਐਂ ਲੈ ਲੂੰਗਾ। ਉਹ ਐਂ ਕਰਦਾ ਅੱਗੋਂ। ਹੁਣ ਅੱਜ ਉਹ ਲੈ ਕੇ ਗਿਆ ਗੋਲੀਆਂ, ਪਤਾ ਨਹੀਂ ਕਿੱਥੇ ਫਿਰਦਾ ਹੋਣਾ, ਕਿਤੇ ਨਾ। ਅਸੀਂ ਤਾਂ ਇੱਥੇ ਆਈਆਂ, ਆ ਕੇ ਮੈਂ ਗੱਲ ਕੀਤੀ, ਮੈਂ ਕਿਹਾ ਗੋਲੀਆਂ ਨਾ ਦੀਆਂ ਅੱਜ ਤੋਂ ਬਾਅਦ। ਅਗਲੀ ਕਹਿੰਦੀ ਬੰਨ ਕੇ ਰੱਖੋ ਆਪਦੇ ਨੂੰ, ਅਸੀਂ ਤਾਂ ਹੀ ਦੇਵਾਂਗੇ। ਤੁਹਾਡਾ ਬ੍ਰਦਰ? ਮੇਰਾ ਭਰਾ। ਫਾਦਰ ਸਾਹਿਬ? ਡੈਡੀ ਹੈ ਨਹੀਂ ਮੇਰਾ, ਮੰਮੀ ਹੈਗੀ ਆ। ਸਾਨੂੰ ਸਾਰਿਆਂ ਨੂੰ ਉਹਨੇ ਦੁਖੀ ਕਰ ਰੱਖਿਆ ਬਸ। ਚਲੋ ਮੈਡੀਕਲ ਬਠਿੰਡੇ 'ਚ ਦੇਊਗਾ ਉਹਨੂੰ, ਮੈਂ ਉਹਦਾ ਆਈ ਜਾ ਕੇ ਉਹਦੇ ਨਾਲ ਗੱਲ ਕਰੂੰਗੀ। ਜੇ ਨਹੀਂ ਕਰਨਗੇ ਨਾਲ ਹੀ ਮੱਚ ਜੂੰਗੀ, ਅਗਲੇ ਦਾ ਮੈਡੀਕਲ ਬਚਾਉਂਗੀ, ਜਾ ਕੇ ਵਿੱਚ ਹੀ ਮੱਚ ਜੂੰਗੀ। ਤੁਹਾਡੇ ਤੋਂ ਛੋਟਾ ਹੈ ਵੱਡਾ? ਛੋਟਾ ਮੇਰੇ ਤੋਂ। ਲਾਡਲਾ ਭਰਾ, ਪੁੱਤਰਾਂ ਵਰਗੇ ਹੁੰਦੇ ਨੇ ਛੋਟੇ ਭਰਾ ਜਿਹੜੇ ਹੁੰਦੇ ਨੇ ਨਾ। ਆਪਾਂ ਕੋਈ ਗੱਲ ਨਹੀਂ ਪੈਂਦੀ। ਆਪਾਂ ਇੱਕ ਮਿੰਟ, ਛੋਟੇ ਵੀਰ ਇੱਕ ਮਿੰਟ ਇੱਧਰ ਆ ਜਾਓ, ਆਪਾਂ ਇਹਨਾਂ ਨਾਲ ਗੱਲ ਬਾਤ ਕਰ ਲਈਏ। ਬੇਟਾ ਜੀ ਇੱਕ ਮਿੰਟ, ਬੇਟਾ ਕੋਈ ਗੱਲ ਨਹੀਂ, ਮੈਂ ਇੱਥੇ ਆ ਸਕਦਾ ਤੁਹਾਡੇ ਕੋਲ ਬ੍ਰਦਰ? ਦੇਖੋ ਗੱਲ ਇਹ ਹੈ ਵੀ ਹਰ ਮਸਲਾ ਜਿਹੜਾ ਨਾ ਸੁਲਝਣਾ ਚਾਹੀਦਾ। ਇਧਰੋਂ ਕਿਧਰੋਂ ਖੁੱਲੇਗਾ ਬ੍ਰਦਰ? ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ, ਕੀ ਨਾਮ ਤੁਹਾਡਾ? ਹਰੀਸ਼ ਕੁਮਾਰ। ਹਰੀਸ਼ ਜੀ, ਇਹ ਜਿਹੜਾ ਗੁੜੀਆ ਹੁਣੀ ਕਹਿ ਰਹੇ ਨੇ ਕਿ ਮਸਲਾ ਕੀ ਹੈ? ਇਹ ਕਹਿੰਦੇ ਟ੍ਰੈਮਾਡੋਲ ਗੋਲੀਆਂ ਤੁਸੀਂ ਵੇਚਦੇ ਹੋ। ਟ੍ਰੈਮਾਡੋਲ ਗੋਲੀਆਂ NDPC ਐਕਟ 'ਚ ਆਉਂਦੀਆਂ। ਸਾਡੇ ਕੋਲ ਨਾ ਤਾਂ ਉਹਦਾ ਲਾਇਸੈਂਸ ਹੈ, ਨਾ ਸਾਡੀ ਦੁਕਾਨ 'ਚ ਵੀ ਗੋਲੀ ਹੈ। ਜਦੋਂ ਮਰਜ਼ੀ ਚਾਹੀਦੀ ਹੁਣ ਸਰਚ ਟੀਮ ਲਿਆਓ, ਚੈੱਕ ਕਰਵਾ ਦਿਓ, ਕੋਈ ਚੱਕਰ ਨਹੀਂ ਹੈਗਾ ਜੀ, ਠੀਕ ਹੈ। ਬਾਕੀ ਇਹਨਾਂ ਨੇ ਬੰਦਾ ਦਿਖਾਇਆ, ਜੇ ਉਹ ਗੋਲੀ ਨੋਵਲਜੀਨ ਦੀ ਵੀ ਮੰਗਣ ਆਊਗਾ, ਅਸੀਂ ਉਹਨੂੰ ਨੋਵਲਜੀਨ ਵੀ ਨਹੀਂ ਦਿੰਦੇ। ਉਸ 'ਚ ਕੀ ਖਾਸ ਗੱਲ ਹੈ ਜੀ? ਤੁਸੀਂ ਕਮ ਸੇ ਕਮ ਢੰਗ ਨਾਲ ਤਾਂ ਗੱਲ ਕਰਨੀ। ਕੂਲ ਮਾਈਂਡ ਆਪਾਂ ਸਾਰੇ ਕੂਲ ਮਾਈਂਡ ਰੱਖੀਏ। ਇਹ ਜਨਾਨੀ ਨੇ ਐ ਨਹੀਂ ਕਿਹਾ ਵੀ ਐ ਨਹੀਂ ਦਿਖਾਇਆ ਵੀ ਤੁਸੀਂ ਇਸ ਭਰਾ ਇਸ ਨੂੰ ਦਵਾਈ ਨਾ ਦਿਓ।
ਆ ਕੇ ਕਹਿੰਦੀ ਤੁਹਾਡੀ ਦੁਕਾਨ ਤੋਂ ਦੋ ਗੋਲੀਆਂ ਲੈ ਕੇ ਗਿਆ 50 ਰੁਪਏ ਦੀਆਂ 50 ਦਿੰਦੇ ਹੋ ਤੁਸੀਂ ਤੇ ਕਹਿੰਦੇ ਤੁਹਾਡੀ ਦੁਕਾਨ ਨੂੰ ਅੱਗ ਲਾਉਂਗੀ ਤੇ ਤੇਰਾ ਸਾਰਾ ਖਾਨਦਾਨ ਇਹ ਵਰਡ ਮੈਨੂੰ ਬੋਲਦੀ ਹੈ ਆ ਕੇ ਤੂੰ ਕਹਿ ਦੇ ਅਸੀਂ ਕਿਹਾ ਨਹੀਂ ਦਿਖਾਵਾਂਗੇ ਫਿਰ ਆ ਕੇ ਉਲਟੇ ਇਹਨਾਂ ਸਾਰੇ ਦੇ ਨਹੀਂ ਜਾਂਦੇ ਜਦ ਤੱਕ ਮੈਂ ਕੱਲੀ ਬੋਲਦੀ ਹਾਂ ਸਾਰਿਆਂ ਨੂੰ ਪੁੱਛ ਕੇ ਦੇਖ ਲਓ ਹੁਣ ਸਾਰਾ ਆ ਕੇ ਬਕਵਾਸ ਕਰਨ ਲੱਗੀ ਕੀ ਮਤਲਬ ਹੋਇਆ ਬਕਵਾਸ ਕਰਨ ਦਾ ਠੀਕ ਹੈ ਨਾ ਤੁਹਾਨੂੰ ਕੀ ਕਿਹਾ ਤੁਸੀਂ ਅੱਗੋਂ ਕੀ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਐ ਕਿਹਾ ਮੈਂ ਕਿਹਾ ਵੀ ਜੇ ਤੁਹਾਨੂੰ ਐਂ ਲੱਗਦਾ ਹੈ ਵੀ ਅਸੀਂ ਕਹਿੰਦੇ ਤੁਸੀਂ ਮੇਰੇ ਭਰਾ ਨੂੰ ਜੇ ਕੁਝ ਹੋ ਗਿਆ ਮੈਂ ਕਿਹਾ ਸਾਨੂੰ ਤਾਂ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਉਹਦਾ ਭਰਾ ਕਿਹੜੀਆਂ ਗੋਲੀਆਂ ਕਿਉਂਕਿ ਅਸੀਂ ਆ ਜਿਹੜੀਆਂ ਇਹ ਕਹਿੰਦੇ 50 ਰੁਪਏ ਦੀਆਂ ਕੁਝ ਨਹੀਂ ਵੇਚਦੇ ਆ ਜਿਹੜੇ ਕੈਪਸੂਲ ਪਏ ਹੈਗੇ ਆ ਦਿੰਨੇ ਹੈਗੇ ਟ੍ਰੈਮਾਡੋਲ ਅਸੀਂ ਵੇਚਦੇ ਲਾਇਸੈਂਸ ਵੀ ਹੈ ਨਹੀਂ ਸਾਡੇ ਕੋਲ ਐਨਡੀਪੀਸੀ ਐਕਟ ਚ ਆਉਂਦੀ ਆ ਨਹੀਂ ਦੇਖੋ ਭੈਣ ਜੀ ਦੇਖੋ ਮੀਡੀਆ ਕੋਲ ਕੋਈ ਰਾਈਟ ਨਹੀਂ ਵੀ ਉਹ ਕਿਸੇ ਪਾਸੇ ਵੀ ਚੈੱਕ ਕਰੇ ਹਾਂ ਬਟ ਇਹ ਹੈ ਵੀ ਜਿਹੜੀ ਗੱਲ ਹੈ ਉਹ ਡਿਪਾਰਟਮੈਂਟ ਦਾ ਕੰਮ ਹੈ ਉਹਨਾਂ ਨੇ ਚੈੱਕ ਕਰਨਾ ਹੈ ਉਹ ਐਂ ਕਹਦੇ ਵੀ ਮੇਰੇ ਭਰਾ ਨੂੰ ਤੁਸੀਂ ਦਵਾਈ ਨਾ ਦਿਓ ਅਸੀਂ ਨਹੀਂ ਦਿੰਦੇ ਚਾਹੀਦਾ ਉਹ ਸਿੰਪਲ ਬੁਖਾਰ ਦੀ ਵੀ ਆਵੇ ਵੀ ਆ ਕੇ ਕੀ ਵਿੱਚ ਕਹਿੰਦੇ ਤੁਹਾਨੂੰ ਸਾਰੇ ਖਾਨਦਾਨ ਨੂੰ ਬਚਾਉਂਗੇ ਭੈਣ ਜੀ ਮੇਰੀ ਇੱਕ ਬੇਨਤੀ ਸੁਣੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਾ ਇੱਥੋਂ ਖੜੇ ਹੋ ਕੇ ਦੇਖਿਆ ਵੀ ਤੁਸੀਂ ਉਹਨਾਂ ਨੂੰ ਗੋਲੀਆਂ ਦਿੱਤੀਆਂ ਅਸੀਂ ਰਾਹ ਚੋਂ ਫੜ ਲਈ ਨਹੀਂ ਉਹ ਜਿਹੜੀਆਂ ਇਹ ਕਹਿੰਦੀਆਂ ਨਾ ਉਹ ਸਾਡੇ ਦੁਕਾਨ ਤੇ ਦਵਾਈ ਹੈ ਉਹੀ ਤਾਂ ਅਸੀਂ ਕਹਿੰਦੇ ਚਾਹੇ ਤੁਸੀਂ ਹੁਣ ਤਲਾਸ਼ੀ ਲੈ ਲਓ ਦੇਖੋ ਮੇਰਾ ਤਾਂ ਮਕਸਦ ਇਹ ਸੀਗਾ ਦਵਾਈ ਲੈ ਕੇ ਗਿਆ ਹੋਊਗਾ ਜਿਵੇਂ ਕਿ ਹੁਣ ਆ ਕਹੀ ਦਿੰਦੇ ਆ ਭੁੱਖ ਦੇ ਤੇ ਉਸ ਦੇ ਜੇ ਕੋਈ ਲੈ ਕੇ ਜਾਂਦੇ ਦਵਾਈ ਉਹੋ ਜੀ ਹੁਣ ਉਹਦੇ ਕੋਲ ਦਵਾਈ ਪਹਿਲਾਂ ਹੋਵੇ ਤੇ ਉਹ ਦਿਖਾਤੀ ਹੋਵੇ ਸਾਨੂੰ ਕੀ ਪਤਾ ਇਹ ਤੁਸੀਂ ਦੁਕਾਨ ਤੇ ਬੈਠਦੇ ਹੋ ਸਾਰਾ ਟਾਈਮ ਸਾਰਾ ਦਿਨ ਨਹੀਂ ਬੈਠਦੀ ਮੈਂ 3:30 ਵਜੇ ਆਉਣੀ ਆ ਭੈਣ ਜੀ ਹੁਣੀ ਆ ਜਾਂਦੇ ਨੇ ਅੱਛਾ ਹੁਣ ਇਹ ਕਹਿੰਦੇ ਸੀਗੇ ਵੀ ਆ ਮੇਰੇ ਵੀਰ ਹੁਣੀ ਕਾਫੀ ਦੇਰ ਤੋਂ ਇੱਥੇ ਖੜੇ ਨੇ ਕਿਉਂਕਿ ਇਹਨਾਂ ਦੇ ਸਾਹਮਣੇ ਇਹ ਸਾਰਾ ਕੁਝ ਹੋਇਆ ਇਹ ਕੌਣ ਸੀਗੇ ਉਸ ਵੇਲੇ ਜਦੋਂ ਇਹ ਸਾਰਾ ਕੁਝ ਹੋਇਆ ਸੀਗੇ ਤੁਸੀਂ ਸੀਗੇ ਉਦੋਂ ਕੋਈ ਉਸ ਵੇਲੇ ਇੱਥੇ ਨਹੀਂ ਸੀ ਵੀ ਜਦੋਂ ਇਹ ਸਾਰਾ ਮਸਲਾ ਜਿਹੜਾ ਇਹ ਖੜਾ ਹੋਇਆ ਆਪਾਂ ਨਾਲ ਭਵਾਨੀ ਵਾਲੇ ਨੇ ਆਪਾਂ ਭਵਾਨੀ ਵਾਲੇ ਤੋਂ ਕਰਦੇ ਆ ਗੱਲ ਤੁਸੀਂ ਇੱਥੇ ਸੀਗੇ उस वेले हाँ मैं यहीं था। आपका नाम संदीप जी क्या आपने क्या तब देखा नहीं इनको ये लगा कि ये उनको दवाई दी होगी इनके ब्रदर को तो वो जस्ट आके इन्होंने रोड़ा करा के भाई आप क्यों देते हो बिना पर्ची के भाई इतनी आप जब वो एडिक्ट है तो आप दो ही ना बिना पर्ची के देना अलाउड नहीं है चाहे गोली भी हो डॉक्टर जब लिख के देगा तो ही आपने दवाई देनी है ऐसे देनी भी नहीं है तो ये इलीगली काम हो रहा है। वो क्या कह रहे थे दुकानदार क्या कह रहे थे वो कुछ भी कहें अपनी फेवर में मतलब फर्स्ट ऑफ ऑल तो आप बिना रिसिप्ट के आप दे ही नहीं सकते। तो शी सेड के वो एकदम से आई और उन्होंने ये चिल्लाना विलाना वो जो भी जैसा कुछ नहीं नॉर्मली बातचीत हुई है ठीक है उन्होंने चिल्लाया है उन्होंने भी चिल्लाया दोनों आपस में इक्वली थे पर फिर भी देना बिल्कुल नहीं चाहिए। ਅਗਲੀ ਅਸੀਂ ਆਟੋ ਚਲਾਉਂਦੇ ਜੀ ਅਸੀਂ ਸਵੇਰ 8 ਵਜੇ ਸਟਾਰਟ ਹੋ ਜਾਂਦੇ ਆ ਆਟੋ ਇੱਥੇ ਇੰਨੇ ਮੈਡੀਕਲ ਤੇ ਨਹੀਂ ਜਿੰਨਾ ਇੱਥੇ ਰਸ਼ ਹੁੰਦਾ ਤੇ ਇਹ ਸਿਰੰਜਾਂ ਵੀ ਦਿੰਦੇ ਆ ਅਸੀਂ ਮੈਂ ਆਪਦੀ ਅੱਖਾਂ ਨਾਲ ਵੀ ਦੇਖਿਆ ਮੈਂ ਅੱਜ ਲਾਲੇ ਨਾਲ ਵੀ ਗੱਲ ਕਰਨ ਆਇਆ ਸੀਗਾ ਉਹ ਮੈਨੂੰ ਬਹੁਤ ਉਲਟ ਬੋਲੇ ਅੱਜ ਸਵੇਰੇ ਵੀ ਮੈਂ ਉਹਨਾਂ ਨੂੰ ਕਹਿ ਕੇ ਗਿਆ ਵੀ ਮੈਂ ਕਿ ਤੁਸੀਂ ਆਹ ਦੇਣਾ ਨਹੀਂ ਚਾਹੀਦਾ ਕੋਈ ਮੈਡੀਕਲ ਵਾਲਾ ਨਹੀਂ ਸਿਰੰਜ ਦਿੰਦਾ ਇਹ ਤਾਂ ਸਿਵਾ ਹੁਣ ਮੈਂ 50 ਰੁਪਏ ਦੇਣਾ ਇਹ ਸਿਰੰਜ ਦੇ ਦੇਣਗੇ ਐਹੀ ਕਿਹੜੀ ਗੋਲੀ ਹੈ ਜਿਹੜੀ ਇਹਨਾਂ ਕੋਲ ਨਹੀਂ ਵਿਕਦੀ ਉਹਦੇ ਕੋਲ ਨਹੀਂ ਮਿਲੂਗੀ ਇਹਦੇ ਕੋਲ ਆ ਕੇ ਮਿਲ ਜੂਗੀ। ਜੀ ਸਿੰਘ ਸਾਹਿਬ ਕੀ ਨਾਮ ਤੁਹਾਡਾ? ਮੇਰਾ ਨਾਮ ਕਰਨਵੀਰ ਸਿੰਘ ਹੈ ਜੀ। ਕਰਨਵੀਰ ਕੀ ਤੁਸੀਂ ਇਹ ਸਾਰਾ ਮਸਲਾ ਤੁਸੀਂ ਇੱਥੇ ਸੀ ਉਦੋਂ? ਨਹੀਂ ਮੈਂ ਇੱਥੇ ਨਹੀਂ ਸੀਗਾ ਪਰ ਸੁਣਨ ਚ ਆ ਰਿਹਾ ਵੀ ਕਹਿੰਦੇ ਤੇ ਪਰਚਾ ਹੋ ਕੇ ਹਟਿਆ 35000 ਗੋਲੀਆਂ ਫੜੀਆਂ ਗਈਆਂ। ਅੱਛਾ ਪਹਿਲਾਂ ਪਰਚਾ ਹੋਇਆ ਨਾ ਤੇ ਹਾਂਜੀ ਪਹਿਲਾਂ ਪਰਚਾ ਇਹਨਾਂ ਦੇ ਕਹਿੰਦੇ ਹੋਇਆ ਵਿਆਗਾ ਸੁਣਨਾ ਚਾਹੀਏ ਲੋਕਾਂ ਤੋਂ ਗੱਲ ਕੌਣ ਕਹਿੰਦਾ? ਆ ਇੱਥੇ ਆਪਣੇ ਪੱਤਰਕਾਰ ਸਾਥੀ ਵੀ ਦੋ ਕਹਿ ਰਹੇ ਸੀਗੇ ਵੀ 35000 ਪਬਲਿਕ ਤੁਸੀਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਪ੍ਰਸ਼ਾਸਨ ਦੇ ਇੱਥੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਜੀ ਕਿਉਂਕਿ ਸਭ ਕੁਝ ਮਿਲੀ ਭੁਗਤ ਨਾਲ ਹੀ ਹੋ ਰਿਹਾ। ਦੁਕਾਨ ਦੇਖੋ ਜਿਹੜੀ ਤੁਸੀਂ ਸੁਣੀ ਹੈ ਇਹ ਕਹਿੰਦੇ ਨੇ ਵੀ ਇਹਨਾਂ ਤੇ ਪਹਿਲਾਂ ਵੀ ਪਰਚਾ ਹੋ ਚੁੱਕਿਆ ਜੀ ਤੇ ਇਹ ਮੈਨੂੰ ਲੱਗਦਾ ਇਹ ਹਾਲਾਤ ਜਿਹੜੇ ਨੇ ਇਹ ਤੁਸੀਂ ਦੇਖ ਲਏ। ਬੀਬਾ ਜੀ ਤੁਸੀਂ ਇੱਕ ਮਿੰਟ ਚੱਲੇ ਹੋ ਮੈਂ ਉਹੀ ਕਹਿ ਰਿਹਾ ਓਕੇ ਚਲੋ ਠੀਕ ਪਲੀਜ਼ ਤੁਸੀਂ ਜਾਓ ਜੀ। ਨਹੀਂ ਤੁਸੀਂ ਸਾਰੇ ਸਾਥ ਦੇ ਦਿਓ ਨਾ ਇਹ ਜੇ ਬੰਦ ਕਰਾ ਦੋ ਪਤਾ ਨਹੀਂ ਕਿੰਨੀਆਂ ਮਾਵਾਂ ਭੈਣਾਂ ਸੌਖੀਆਂ ਹੋ ਜਾਣਾ। ਗੱਲ ਇਹ ਹੈ ਬੀਬਾ ਜੀ ਸਾਡਾ ਕੰਮ ਤਾਂ ਸਿਰਫ ਮੇਰਾ ਫਿਲਹਾਲ ਇੱਥੇ ਖੜਨ ਦਾ ਮਕਸਦ ਇਹ ਸੀ ਵੀ ਇਹ ਇੱਕ ਵਾਰੀ ਸੁਲਝੇ ਕੰਮ ਠੀਕ ਹੈ ਨਾ ਬਿਕੋਜ਼ ਤੁਸੀਂ ਦੋਨੋਂ ਬਹੁਤ ਹਾਈਪਰ ਸੀਗੇ ਤੇ ਮੈਨੂੰ ਸੀ ਵੀ ਕੋਈ ਹੋਰ ਮਾੜੀ ਗੱਲ ਨਾ ਹੋਵੇ ਦੈਟਸ ਵਾਈ ਅੱਗੋਂ ਰੋਬ ਨਾਲ ਬੋਲਦੀ ਹੈ। ਤੁਸੀਂ ਜਦੋਂ ਇਹ ਕਹਿੰਦੇ ਨੇ ਵੀ ਗੋਲੀਆਂ ਫੜੀਆਂ ਸੀ ਉਹ ਕਿਸੇ ਹੋਰ ਵੀ ਹੋ ਸਕਦੀਆਂ ਔਰ ਜਦੋਂ ਖਾ ਕੇ ਟੁੱਲ ਹੁੰਦਾ ਨਾ ਡਿੱਗਦਾ ਉਹਦੀ ਜੇਬ ਚੋਂ ਕਦੇ 2 ਪੱਤੇ ਲੱਭ ਗਏ ਕਦੇ 3 ਲੱਭ ਗਏ ਗੋਲੀਆਂ ਮੇਰੇ ਕੋਲੇ ਪਈਆਂ ਮੈਨੂੰ ਨੰਬਰ ਦੇ ਦਿਓ ਮੈਂ ਤੁਹਾਨੂੰ ਭੇਜ ਦੂੰਗੀ ਜਿਹੜੀਆਂ ਉਹਨਾਂ ਤੋਂ ਮਿਲਦੀਆਂ। ਦੇਖੋ ਜੀ ਬਾਹਲਾ ਕੁਝ ਕਰਨ ਦੀ ਲੋੜ ਨਹੀਂ ਕਿਸੇ ਨਸ਼ੇੜੀ ਜਨ ਨੂੰ ਫੜੋ 50 ਰੁਪਏ ਜੇਬ ਚ ਪਾ ਕੇ ਭੇਜ ਦਿਓ ਹੁਣੇ ਦੇ ਦੇਣਗੇ। ਇਹ ਹਾਲਾਤ ਤੁਸੀਂ ਦੇਖ ਲਏ ਜੀ ਜਿਸ ਤਰ੍ਹਾਂ ਇੱਕ ਆਟੋ ਵਾਲਾ ਛੋਟਾ ਵੀਰ ਇੱਥੇ ਖੜਾ ਸੀ ਉਹ ਇਹ ਕਹਿ ਰਿਹਾ ਸੀ ਵੀ ਅਸੀਂ ਇਹ ਜਿਹੜਾ ਹੈਗਾ ਬਠਿੰਡਾ ਮੈਡੀਕਲ ਹਾਲ
सरकार का। टोटल फेलियर है ये, ठीक है ना। मतलब आप देखो ना, बिना पर्ची के यहाँ अलाउड हो रहे थे, स्टेशन बंद होनी चाहिए दुकान। आप यहीं कहीं नहीं, मैं तो बाहर से हूँ, हमारे यहाँ नहीं चलता। पहले पर्ची दोगे तो आपको गोलियाँ मतलब कोई भी दवाई मिलेगी, यहाँ ऐसे नहीं मिलेगी कोई। हमारे यहाँ पे भी ऐसे ही चलता है कि अगर पर्ची दोगे तो कुछ एक्सेप्शनल केस लगा लीजिए, कुछ होंगे। वो कह रहे हैं अगर ओपनली मिल रही है तो समझो ओपन ਮਿੰਟ ਹੋ ਗਏ ਕਾਰਵਾਈ ਚੱਲਦੇ ਨੂੰ, ਪ੍ਰਸ਼ਾਸਨ ਦਾ ਇੱਕ ਵੀ ਬੰਦਾ ਇੱਥੇ ਦਿਸ ਨਹੀਂ ਰਿਹਾ, ਕਿਉਂਕਿ ਨਾਲ ਚੌਂਕੀ ਆ, ਨੇੜੇ ਚੁੰਗੀ ਵਾਲੇ ਖੜੇ ਨੇ। ਉਹ ਨਾਲ ਵਾਲੇ ਇੱਕ ਵਾਰੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਵੀ ਇਹ ਜਿਹੜੇ ਨੇ ਇਹ ਬਿਲਕੁਲ ਇਹਨਾਂ ਦੇ ਗਵਾਂਢੀ ਨੇ। ਆਪਾਂ ਇਹਨਾਂ ਗਵਾਂਢੀਆਂ ਨਾਲ ਇੱਕ ਮਿੰਟ ਗੱਲ ਕਰੀਏ। ਕੀ ਨਾਮ ਵੀਰ ਤੁਹਾਡਾ? ਰਾਜਿੰਦਰ ਸਿੰਘ ਨਾਮ ਹੈ ਜਨਾਬ। ਰਾਜਿੰਦਰ ਸਿੰਘ, ਤੁਸੀਂ ਤਾਂ ਮੈਨੂੰ ਲੱਗਦਾ ਸ਼ਾਇਦ ਕਾਫੀ ਸਮੇਂ ਤੋਂ ਇੱਥੇ ਰਹਿੰਦੇ ਹੋਵੋਗੇ। ਇਹ ਜਿਹੜਾ ਤੁਸੀਂ ਇਹ ਸਾਰਾ ਮਸਲਾ ਪਹਿਲਾਂ ਸੁਣਿਆ ਹੋਣਾ, ਕਿਉਂਕਿ ਜਦੋਂ ਲੋਕ ਆਏ ਨੇ ਜਾਂ ਅਸੀਂ ਲੋਕ ਆਏ ਆ, ਅਸੀਂ ਬਾਅਦ ਚ ਆਏ ਆ, ਬਟ ਤੁਸੀਂ ਸੁਣਿਆ ਹੋਣਾ ਕਿ ਕੀ ਹੋਇਆ। ये दोनों का लफड़ा हुआ था आमने सामने, तो मैं तो इधर बैठा हूँ, मेरा तो काम कर रहा हूँ, क्योंकि मेरे पास तो ये बुकिंग का टाइम होता है इस टाइम। दोनों का लफड़ा हुआ था आमने सामने दोनों का। तो पहले लेडीज जो बाद में आई थी वो बोल रही थी या कैसे? पहले लेडीजों को, दोनों का लेडीज का ही हुआ था जी। अब ये पता नहीं दोनों ने क्या बोली क्या पता नहीं, क्योंकि हम तो पंजाब के हैं नहीं, मालिक राजस्थान से हैं, तो इतनी इनकी पंजाबी भाषा भी इतनी समझ में नहीं आती। जी सर। ये तो समझ आती है कि किस वजह से लड़ रहे हैं। ये बोल रहे हैं कि मेरे छोटा भाई था, उसको नशे की गोलियां दी इन्होंने। अच्छा, ये अभी यहाँ पे एक सरदार जी खड़े थे और एक ये हिंदू जेंटलमैन खड़े थे, वो बता रहे थे कि इन लोगों पे पहले भी पर्चा हुआ, ये लोग गोली कुछ बेचते हैं। हाँ, एक बार पर्चा जरूर हुआ सर, इनके पास छापा पड़ा था, इतना पता है बस। वो छापा पड़ा था, बिल्कुल पड़ा है। तब गोलियां बरामद हुई थी। हाँ सर, गोलियां बरामद हुई। ਇਹ ਦੇਖੋ ਗਵਾਂਡ ਮੁੱਢ ਗਵਾਂਡ ਵਾਲੇ ਇਹ ਇੱਥੇ ਨੇ ਮੇਰੇ ਵੀਰ। ਯਾਦ ਸਿੰਘ ਸਾਹਿਬ ਨੇ ਸਾਨੂੰ ਦੱਸਿਆ, ਜਾਂ ਇੱਕ ਸਾਡੇ ਖੋਰ ਇੱਥੇ ਸੱਜਣ ਖੜੇ ਸੀ, ਉਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਛਾਪਾ ਪੈ ਚੁੱਕਿਆ ਤੇ ਹੁਣ ਤੁਸੀਂ ਹਾਲ ਦੇਖ ਲਓ ਕੀ ਹਾਲ ਹੈ। ਵੀ ਅਸੀਂ ਹੁਣ ਕਿਸ ਤਰੀਕੇ ਨਾਲ, ਵੀਰਾ ਜੀ ਤੁਸੀਂ ਕਾਈਂਡਲੀ ਮੇਰੇ ਕੋਲ ਇੱਕ ਵਾਰੀ ਆਓ, ਸਾਡੇ ਮੇਰੇ ਪੱਤਰਕਾਰ ਭਰਾ ਨੇ। ਦੇਖੋ ਪ੍ਰੈਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਮੇਰੇ ਵੀਰ ਜੀ। ਤੁਸੀਂ ਵੀ ਹੁਣ ਸਟੋਰੀ ਕੀਤੀ ਹੈ, ਜਿਸ ਤਰ੍ਹਾਂ ਕਿ ਇਹ ਚਲੋ ਵੀ ਸਾਡੀਆਂ ਬੱਚੀਆਂ, ਇਹ ਵੀ ਭੈਣਾਂ ਦੇ ਬਰਾਬਰ ਹੈ, ਪਰ ਜਿਹੜੀ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਚਲੋ ਕਈ ਵਾਰੀ ਨਾ ਹੋ ਜਾਂਦਾ ਵੀ ਯਾਰ ਕਈ ਵਾਰੀ ਬੰਦੇ ਨੂੰ ਗਲਤੀ ਲੱਗ ਜਾਂਦੀ ਹੈ ਵੀ ਨਹੀਂ ਉੱਥੋਂ ਲਈਆਂ ਹੋਣੀਆਂ ਜਾਂ ਕਿਸੇ ਹੋਰ ਤੋਂ ਲੈ ਕੇ ਗਏ ਹੋਣ, ਬਟ ਇੱਥੇ ਕੁਝ ਲੋਕਾਂ ਨੇ ਦੱਸਿਆ ਵੀ ਇਹਨਾਂ ਤੇ ਪਰਚਾ ਪਹਿਲਾਂ ਵੀ ਹੋਇਆ। ਬਿਲਕੁਲ ਜਿਹੜੇ ਕਿ ਡਰੱਗਸ ਇੰਸਪੈਕਟਰ ਨੇ ਉਹਨਾਂ ਨਾਲ ਵੀ ਕੁਝ ਦੇਰ ਪਹਿਲਾਂ ਗੱਲ ਹੋਈ ਸੀ। ਇਹਨਾਂ ਦੇ ਉੱਪਰ 35,000 ਗੋਲੀਆਂ ਦਾ ਇੱਕ ਜਿਹੜਾ ਹਜੇ ਉਹਨਾਂ ਨੇ ਕੇਸ ਬਣਾ ਕੇ ਭੇਜਿਆ ਹੋਇਆ ਕੋਰਟ ਨੂੰ ਕਿ ਉਹ ਅੱਗੇ ਕੀ ਕਰਦੇ ਆ ਕੋਰਟ ਦਾ, ਕਿਉਂਕਿ ਫੈਸਲਾ ਅੱਗੇ ਹੋਣਾ ਹੈ ਕਿ ਉਹ ਇਨਲੀਗਲ ਸੀਗੀਆਂ ਜਾਂ ਲੀਗਲ ਸੀਗੀਆਂ, ਉਸ ਦੇ ਬਾਰੇ ਚ ਤਾਂ ਬਿਹਤਰ ਜਿਹੜਾ 30,000 ਗੋਲੀ ਤਾਂ ਇਨਲੀਗਲ ਹੀ ਹੋਏਗੀ ਬ੍ਰਦਰ, ਉਹ ਕਿਸ ਤਰ੍ਹਾਂ ਹੋ ਸਕਦਾ? ਇਹ ਕਹਿ ਰਹੇ ਨੇ ਕਿ ਉਹ ਨਸਾਂ ਨੂੰ ਮਜ਼ਬੂਤ ਕਰਨ ਵਾਲੀ ਆ, ਲੇਕਿਨ ਜਿਹੜਾ ਕਿ ਡਰੱਗਸ ਇੰਸਪੈਕਟਰ ਦਾ ਕਹਿਣਾ ਹੈ ਕਿ ਉਹ ਇਨਲੀਗਲ ਹੈ, ਉਹ ਵੇਚ ਨਹੀਂ ਸਕਦੇਗੇ ਤੁਸੀਂ। ਇਹ ਕਹਿੰਦੇ ਅਸੀਂ ਉਹਨਾਂ ਦੇ ਬਿੱਲ ਪ੍ਰੋਵਾਈਡ ਕੀਤੇ ਨੇ, ਪਤਾ ਨਹੀਂਗਾ ਬਾਕੀ ਤਾਂ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੈ ਕਿ ਜਿਸ ਤਰ੍ਹਾਂ ਨਸ਼ੇ ਨੂੰ ਲੈ ਕੇ ਲੋਕਾਂ ਨੇ ਆਪਦੇ ਪਰਿਵਾਰਾਂ ਨੂੰ ਬਚਾਉਣ ਦੇ ਲਈ, ਆਪਾਂ ਇਹ ਵੀ ਦੇਖਿਆ ਕਿ ਪਿੰਡਾਂ ਦੇ ਵਿੱਚ ਲੋਕ ਅਵੇਅਰ ਹੋ ਗਏ, ਲੋਕ ਸੜਕਾਂ ਤੇ ਆ ਗਏ, ਉਹ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਕੁਝ ਵੀ ਕਰ ਸਕਦੇ ਨੇ। ਜਿਸ ਤਰ੍ਹਾਂ ਪਿਛਲੇ ਦਿਨੀ ਇੱਕ ਪਿੰਡ ਵਾਲਿਆਂ ਨੇ ਤਾਂ ਇਹ ਮਤਾ ਹੀ ਪਾਤਾ ਕਿ ਜਿਹੜਾ ਵੀ ਸਾਡੇ ਏਰੀਏ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਨਸ਼ਾ ਵੇਚੂਗਾ ਜਾਂ ਨਸ਼ਾ ਲੈਣ ਆਇਆ ਜਾਂ ਨਸ਼ਾ ਦੇਣ ਆਇਆ, ਅਸੀਂ ਉਹਦੀਆਂ ਲੱਤਾਂ ਤੋੜਾਂਗੇ। ਉਸ ਤੋਂ ਬਾਅਦ ਕਾਫੀ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਇਹ ਗੱਲ ਜਿਹੜੀ ਹੈ ਮਤਲਬ ਮਤੇ ਦੇ ਤੌਰ ਤੇ ਲੈ ਕੇ ਆਂਦੀ ਹੈ ਕਿ ਸਾਡੇ ਪਿੰਡ ਵਿੱਚ ਜੇ ਕੋਈ ਬਾਹਰਲਾ ਬੰਦਾ ਨਸ਼ਾ ਵੇਚਣ ਆ ਗਿਆ, ਸਾਡੇ ਪਰਿਵਾਰਾਂ ਨੂੰ ਜਾਂ ਸਾਡੇ ਬੱਚਿਆਂ ਨੂੰ ਨਸ਼ੇ ਵੱਲ ਲਾਉਣ ਲੱਗਿਆ, ਤਾਂ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ, ਕਿਉਂਕਿ ਅਸੀਂ ਪਹਿਲਾਂ ਕੁੱਟਾਂਗੇ, ਲੱਤਾਂ ਤੋੜਾਂਗੇ, ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਅੱਗੇ ਇਹਨਾਂ ਤੇ ਕੀ ਕਾਰਵਾਈ ਕਰਾਉਣੀ ਹੈ। ਕਿਉਂਕਿ ਇਹ ਦੇਖੀਏ ਤਾਂ ਕਿਤੇ ਨਾ ਕਿਤੇ ਜਿਹੜਾ ਕਿ ਲੋਕ ਜਿਹੜੇ ਨੌਜਵਾਨ ਨੇ, ਆਪਾਂ ਆਪ ਬੱਚਿਆਂ ਵਾਲੇ ਆ, ਨੌਜਵਾਨ ਜਿਸ ਤਰ੍ਹਾਂ ਨਸ਼ੇ ਦੇ ਵਿੱਚ ਧੱਸ ਰਹੇ ਨੇ, ਗਰਕ ਰਹੇ ਨੇ, ਇਸ ਹਿਸਾਬ ਨਾਲ ਤਾਂ ਸਾਡੇ ਪੰਜਾਬ ਦਾ ਬੁਰਾ ਹਾਲ ਹੋ ਜਾਊਗਾ ਜੇ ਅਸੀਂ ਨਾ ਬਚਾਇਆ, ਕੋਈ ਅੱਗੇ ਨਾ ਆਇਆ ਤਾਂ। ਕਿਉਂਕਿ ਹਰ ਕਿਸੇ ਦੇ ਘਰ ਦੇ ਵਿੱਚ ਇੱਕ ਇੱਕ ਬੱਚਾ ਹੈ, ਤੁਸੀਂ ਵੀ ਇੱਕ ਬੱਚੇ ਦੇ ਪਿਓ ਹੋ, ਮੈਂ ਵੀ ਇੱਕ ਬੱਚੇ ਦਾ ਪਿਓ ਹਾਂ। ਜੇ ਕੱਲ ਨੂੰ ਸਾਡੇ ਬੱਚੇ ਇਸ ਤਰ੍ਹਾਂ ਨਸ਼ਿਆਂ ਦੇ ਵਿੱਚ ਪੈ ਗਏ ਤਾਂ ਯਾਰ ਕੌਣ ਤੁਹਾਡਾ ਬੁਢਾਪਾ ਕਿਵੇਂ ਮਤਲਬ ਗੁਜ਼ਰੇਗਾ? ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਕਿਉਂਕਿ ਕਿਤੇ ਨਾ ਕਿਤੇ ਮੈਡੀਕਲ ਸਟੋਰਾਂ ਵਾਲੇ ਵੀ ਇਸ ਚੀਜ਼ ਦੇ ਵਿੱਚ ਨਾ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਜਿਹੜੀਆਂ ਚੀਜ਼ਾਂ ਨਹੀਂ ਵਿਕ ਸਕਦੀਆਂ ਉਹ ਇੱਥੇ ਵਿਕਦੀਆਂ, ਪਰ ਉਹ ਕਿਹਦੇ ਕਾਰਨ ਵਿਕਦੀਆਂ, ਕਿਉਂ ਵਿਕਦੀਆਂ, ਇਹ ਜ਼ਿਆਦਾ ਬਿਹਤਰ ਜਿਹੜਾ, ਕਿਉਂਕਿ ਇਹ ਹੈਲਥ ਡਿਪਾਰਟਮੈਂਟ ਦਾ ਕੰਮ ਹੈ, ਆਪਣਾ ਨਹੀਂਗਾ, ਜਾਂ ਪੁਲਿਸ ਡਿਪਾਰਟਮੈਂਟ ਦਾ। ਵੈਸੇ ਤਾਂ ਇਹ ਹੈਲਥ ਡਿਪਾਰਟਮੈਂਟ ਦਾ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਮਿਲੀ ਭੁਗਤ ਦੇ ਨਾਲ ਹੀ ਜਿਹੜਾ ਕੁਝ ਹੋ ਰਿਹਾ ਹੈ। ਅੱਜ ਉਹ ਦੋ ਲੜਕੀਆਂ ਕਿਉਂ ਆਪਦੇ ਭਰਾ ਦੇ ਪਿੱਛੇ ਆਈਆਂ, 33 ਸਾਲ ਦਾ ਉਹ ਕਹਿੰਦੇ ਕਿ ਬਹੁਤ ਬੁਰਾ ਹਾਲ ਹੈ ਉਹਦਾ,
ਉਹ ਉਹਦਾ ਪਿੱਛਾ ਕਰਦੇ ਆ, ਅਸੀਂ ਦਵਾਈ ਵੀ ਲੈਂਦੇ ਆ ਰੋਜ਼ 2-2 300 ਰੁਪਏ ਦੀ ਖੜੇ ਪੈਰ ਦਵਾਈ ਲੈ ਕੇ ਆਉਂਦੇ ਆ 2 ਟਾਈਮ ਦੀ, ਲੇਕਿਨ ਫਿਰ ਵੀ ਉਸ ਤੋਂ ਬਾਅਦ ਉਹਨੂੰ ਨਸ਼ਾ ਮਿਲ ਰਿਹਾ ਹੈ। ਕਿਉਂ ਮਿਲ ਰਿਹਾ ਹੈ? ਜਿਹੜੀਆਂ ਦਵਾਈਆਂ ਉਹ ਲੈ ਕੇ ਜਾਂਦਾ ਉਹ ਇਕੱਠੀਆਂ ਦੀਆਂ ਇਕੱਠੀਆਂ ਖਾ ਜਾਂਦਾ, ਉਸ ਤੋਂ ਬਾਅਦ ਉਹ ਮੈਂਟਲੀ ਪ੍ਰੋਬਲਮ ਆ ਜਾਂਦੀ ਹੈ, ਉਹਨੂੰ ਦੌਰਾ ਪੈ ਜਾਂਦਾ। ਹੁਣ ਕਿਤੇ ਨਾ ਕਿਤੇ ਗੱਲ ਹੈ। ਜਿਸ ਤਰ੍ਹਾਂ ਵੀਰਾ ਜੀ ਨੇ ਇੱਕ ਗੱਲ ਕੀਤੀ ਵੀ ਅਸੀਂ ਸਾਰੇ ਜਿਹੜੇ ਬੱਚਿਆਂ ਵਾਲੇ ਆ, ਜਿੰਨੇ ਵੀ ਲੋਕ ਨਸ਼ਾ ਵੇਚਦੇ ਨੇ, ਭਾਵੇਂ ਉਹ ਮੈਡੀਕਲ ਸਟੋਰ ਹੈ, ਵਾਟ ਐਵਰ, ਕੋਈ ਵੀ ਬੰਦਾ ਹੈ, ਤੁਸੀਂ ਇਹ ਦੇਖੋ ਉਹ ਕਮਾਈ ਕਿੱਥੇ ਲੈ ਕੇ ਜਾਂਦੇ ਆ? ਆਪਣੇ ਘਰਾਂ 'ਚ। ਕਿੰਨਾਂ ਲਈ ਕਮਾਉਂਦੇ ਆ? ਆਪਣੇ ਬੱਚਿਆਂ ਲਈ। ਖੁਦਾ ਨਾ ਖਾਸਤਾ ਉਹ ਬੱਚੇ ਨਸ਼ਾ ਕਰਨ ਲੱਗ ਜਾਣ, ਉਸ ਪੈਸੇ ਦਾ ਤੁਸੀਂ ਕੀ ਕਰੋਗੇ? ਔਲਾਦ ਦੀ ਸੁੱਖ ਮੰਗੀਏ। ਵੀਰਾ ਜੀ ਨੇ ਗੱਲ ਕੀਤੀ ਵੀ ਸਾਡਾ ਬੁਢਾਪਾ ਫਿਰ ਕਿੱਦਾਂ ਦਾ ਹੋਊਗਾ। ਮੈਂ ਕਹਿੰਦਾ ਨਾ ਵੀ ਸਾਡਾ ਬੁਢਾਪਾ ਤਾਂ ਖਸਮਾਂ ਨੂੰ ਖਾ ਗਿਆ, ਸਾਡੀ ਔਲਾਦ ਦਾ ਫਿਊਚਰ ਕੀ ਹੋਏਗਾ ਅਸੀਂ ਉਹ ਦੇਖੀਏ। ਕਿਉਂਕਿ ਅਸੀਂ ਲੋਕ ਮਾਂ ਪਿਓ ਜਿਹੜਾ ਹੁੰਦਾ ਨਾ, ਜਦੋਂ ਬੱਚਾ ਵੱਡਾ ਹੁੰਦਾ ਉਹ ਉਮਰ ਕਾਫੀ ਹੱਦ ਤੱਕ ਭੋਗ ਚੁੱਕਿਆ ਹੁੰਦਾ। ਅਸੀਂ ਜੋ ਸਪੋਜ਼ ਮੈਂ 50 ਸਾਲਾਂ ਦਾ, ਮੈਂ ਜਾਂਦਾ ਫੌਤ ਹੋ ਜਾਂ ਕੋਈ ਪ੍ਰੋਬਲਮ ਨਹੀਂ, ਬਿਕਾਜ਼ ਸਾਡੀ ਔਲਾਦ ਹੈ, ਅਸੀਂ ਉਹਨਾਂ ਵਾਸਤੇ ਸਾਰਾ ਕੁਝ ਕਰਦੇ ਹਾਂ। ਤੇ ਜੇ ਸਾਡੀ ਉਹ ਔਲਾਦ ਹੀ ਮਾੜੇ ਰਾਹ ਪੈ ਗਈ, ਅਸੀਂ ਉਸ ਪੈਸੇ ਤੋਂ ਕਰਾਉਣਾ ਕੀ ਹੈ ਮੇਰੇ ਵੀਰ? ਜਿਵੇਂ ਉਹ ਕੁੜੀਆਂ ਸੀਗੀਆਂ, ਉਹਨਾਂ ਦੇ 33 ਸਾਲ ਦਾ ਭਰਾ, ਛੋਟਾ ਭਰਾ ਪੁੱਤਰਾਂ ਵਰਗਾ ਹੋਵੇ, ਭਾਵੇਂ ਜਿੱਡਾ ਮਰਜ਼ੀ ਹੋਵੇ, ਉਹਦੀ ਸੁੱਖ ਮੰਗਦੇ ਆ। ਤੇ ਛੇਤੀ ਕਿਤੇ ਕੋਈ ਚੰਗੀ ਫੈਮਿਲੀ ਦੀਆਂ ਕੁੜੀਆਂ ਕਿਸੇ ਦੁਕਾਨ ਤੇ ਆ ਕੇ ਰੌਲਾ ਨਹੀਂ ਪਾਉਂਦੀਆਂ। ਇਸ ਕਰਕੇ ਕੋਸ਼ਿਸ਼ ਕਰੀਏ, ਜਿਸ ਤਰ੍ਹਾਂ ਮੁੰਡੇ ਨੇ ਕਿਹਾ ਸੀ ਵੀ ਇੱਥੇ ਸਿਰਿੰਜਾਂ ਵੀ ਮਿਲਦੀਆਂ, ਗੋਲੀਆਂ ਵੀ ਮਿਲਦੀਆਂ, ਕੋਸ਼ਿਸ਼ ਕਰੀਏ ਇਹਦੇ ਤੇ ਪੁਲਿਸ ਪ੍ਰਸ਼ਾਸਨ, ਇਹਦੇ ਤੇ ਹੈਲਥ ਡਿਪਾਰਟਮੈਂਟ ਉਹ ਵੀ ਧਿਆਨ ਦੇਵੇ। ਤੇ ਖਾਸ ਕਰ ਜਿਹੜੇ ਨਾਲ ਦੇ ਜਿਹੜੇ ਦੁਕਾਨਦਾਰ ਨੇ ਨਾ, ਇਸ ਗੱਲੋਂ ਨਾ ਡਰੋ ਕਿ ਯਾਰ ਕੀ ਹੋਊਗਾ, ਗਵਾਂਢ ਮੱਥਾ ਹੈ। ਮੇਰੇ ਵੀਰ ਤੁਸੀਂ ਕੋਸ਼ਿਸ਼ ਤਾਂ ਕਰੋ, ਸਭ ਲੋਕ ਨਾਲ ਹੁੰਦੇ ਨੇ, ਇੱਕ ਕਦਮ ਪੁੱਟਣ ਦੀ ਦੇਰ ਹੁੰਦੀ ਹੈ। ਬੇਨਤੀ ਇਹ ਹੈ ਆਪਾਂ ਕੋਸ਼ਿਸ਼ ਕਰੀਏ ਜ਼ਿੰਦਗੀਆਂ ਬਚਾਈਏ, ਰੋਲੀਏ ਨਾ। ਧੰਨਵਾਦ।